सत श्री अकाल। अजीत वैब टीवी देख रहे सारे दर्शकों का स्वागत है। मैं हरप्रीत कौर ते अजीत खबरां दे इस बुलेटिन विच सब तो पहला नजर मारदे हां अज दीयां खास खबरां ते। 6 किलो हैरोइन सने नामी कॉलेज दी विद्यार्थन काबू। पिछले 5 सालां विच विधान सभा विच होईयां भर्तियां दी होवेगी जांच, कहा स्पीकर कुलतार सिंह संधवा ने। बिजली मुद्दे ते बीबा बादल ने घेरी आप सरकार। पंजाब विच शराब दे ठेकिਆਂ ਲਈ लाइसेंस होया जरूरी। ते सरहदी पिंडां दा दौरा कर नवजोत सिंह सिद्धू ने किसानां दा जाणिया हाल। ते हुणे ना खास खबरां दा विस्तार ते कुछ होर अहम खबरां। अमृतसर काउंटर इंटैलीजेंस पुलिस नूं अज उस वेले वड्डी सफलता हासिल हुई जदों 3 नौजवानां नूं 6 किलोग्राम हैरोइन समेत गिरफ्तार कर लिया गया। इन्हां विच एक विद्यार्थन भी शामिल है। यह विद्यार्थन MSc बायोटेक दी विद्यार्थन है ते कोट कपूरा नाल संबंध रखदी है ते अमृतसर कॉलेज विखे पढ़ाई कर रही है। इस दे नाल फड़े गए दोवें लड़के उसदे चचेरे भरा महक ते दीप ने जो पिंड मोहावा दे रहण वाले ने। उत्थे ही दूजे पासे विधान सभा चोणां दे नतीजे आउण तो पहला अमृतसर दे सांसद गुरजीत सिंह औजला वल्लों पुलिस प्रशासन नूं चेतावनी दित्ती गई सी कि जे अमृतसर विचों नशा खत्म ना होया तां आउण वाले दिनां विचों धरने प्रदर्शन करनगे। उस दे नाल ही गुरजीत सिंह औजला वल्लों कहा गया सी कि सरकारां ते प्रशासन दी मिली भुगत नाल चिट्टा शरेआम अमृतसर शहर विच विक रिहा है, जिस तो बाद अमृतसर पुलिस हरकत विच आ गई। इमावा पिंड है बॉर्डर ते उत्थों दे रहण वाले सर ਇਹ ਜਿਹੜੀ ਲੜਕੀ ਸੀ ਲੜਕੀ ਕਿੱਥੋਂ ਦਾ ਕੀ ਨਾਮ ਸੀ ਲੜਕੀ ਦਾ ਤੇ ਕਿੱਥੇ ਪੜ੍ਹਦੀ ਸੀ? ਲਵਪ੍ਰੀਤ ਕੌਰ ਹੈ ਕੋਟਕਪੂਰੇ ਦੀ ਰਹਿਣ ਵਾਲੀ ਹੈ ਲੜਕੀ। ਕਿੱਥੇ ਪੜ੍ਹਦੀ ਸੀ? ਖਾਲਸਾ ਕਾਲਜ ਪੜ੍ਹਦੀ। ਤਾਂ ਸਰ ਲੜਕੇ ਦਾ ਕੀ ਪਤਾ ਲੱਗਾ ਕਿੱਥੇ ਰਹਿੰਦੇ ਸੀ? ਲੜਕੇ ਬਾਰਡਰ ਦੇ ਪਿੰਡਾਂ ਦੇ ਰਹਿਣ ਵਾਲੇ। ਸਰ ਇਹਨਾਂ ਨੂੰ ਗ੍ਰਿਫਤਾਰੀ ਕਿੱਥੇ ਕੀਤੀ ਗਈ ਇਹਨਾਂ ਦੀ? ਇਹ ਅੰਮ੍ਰਿਤਸਰ ਦੇ ਬਾਹਰ ਸਰ ਰਿਮਾਂਡ ਕਿਹਨੇ ਗੱਡੀ ਫੜੀ ਗਈ। ਭਗਵੰਤ ਮਾਨ ਸਰਕਾਰ ਵਿੱਚ ਮੰਤਰੀ ਬਣੇ ਹਰਜੋਤ ਸਿੰਘ ਬੈਂਸ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਹੁਣ ਪੰਜਾਬ ਵਿਧਾਨ ਸਭਾ ਵਿੱਚ ਭਰਤੀ ਘੁਟਾਲੇ ਦੀ ਜਾਂਚ ਹੋਵੇਗੀ। ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇਗੀ। ਕਾਂਗਰਸ ਸਰਕਾਰ ਵੇਲੇ ਬੈਂਸ ਵੱਲੋਂ ਦਸਤਾਵੇਜ਼ਾਂ ਦੀ ਮਦਦ ਨਾਲ ਇਸ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਵਿੱਚ ਦੱਸਿਆ ਗਿਆ ਸੀ ਕਿ ਵਿਧਾਨ ਸਭਾ ਵਿੱਚ ਸਾਬਕਾ ਸਪੀਕਰ ਰਾਣਾ KP ਸਮੇਤ ਕਾਂਗਰਸੀਆਂ ਦੇ ਕਰੀਬੀ ਤੇ ਰਿਸ਼ਤੇਦਾਰ ਭਰਤੀ ਕੀਤੇ ਗਏ ਨੇ। ਮੈਨੂੰ ਇੱਕ ਐਪਲੀਕੇਸ਼ਨ ਮਿਲੀ ਹੈ ਜਿਹਦੇ 'ਚ ਦੱਸਿਆ ਗਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਕੁਝ ਭਰਤੀਆਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਹੋਈਆਂ ਉਹਨਾਂ 'ਚ ਕੋਈ ਬੇਨੀਮੀ ਦੀ ਸ਼ਿਕਾਇਤ। ਸੋ ਉਹਦੇ ਲਈ ਇੱਕ ਜਾਂਚ ਕਰਵਾਵਾਂਗੇ, ਜੋ ਵੀ ਉਹਦੇ 'ਚ ਕੋਈ ਦੋਸ਼ੀ ਹੋਇਆ ਉਹਦੇ ਖਿਲਾਫ ਬਣਦੀ ਕਾਰਵਾਈ ਕਰਾਂਗੇ। कि पुरानी सरकारां दे रिश्तेदार दोस्तां सज्जना मित्रां नूं भी नौकरियां देण दी खबर है विधान सभा दे अंदर। जो भी कुछ कानून दे उल्ट होया होएगा या कानून नूं छिके टांके कीता गया होएगा ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਕਿਹੜੇ ਲੀਡਰ ਜਾਂ ਕਿ ਸਪੀਕਰ ਪੁਰਾਣੇ ਸਪੀਕਰ ਦੀ ਜ਼ਿੰਮੇਵਾਰੀ ਸੀ ਜਾਂ ਕਿਸੇ ਮੰਤਰੀ ਜਾਂ ਮੁੱਖ ਮੰਤਰੀ ਉਸ ਵੇਲੇ ਦੀ ਜ਼ਿੰਮੇਵਾਰੀ ਸੀ? ਇਹਦੇ ਬਾਰੇ ਹਲੇ ਬੜਾ ਪ੍ਰੀਮੈਚੁਰ ਹੈ ਕਹਿਣਾ। ਇਸੇ ਲਈ ਜਾਂਚ ਕਰਵਾ ਰਹੇ ਹਾਂ ਔਰ ਇਹ ਜਲਦੀ ਜਾਂਚ ਮੁਕੰਮਲ ਕਰ ਲਈ ਜਾਏਗੀ। ਕਿੰਨੇ ਕੁ ਲੋਕ ਹੋਣਗੇ ਜਿਹੜੇ ਵਿਧਾਨ ਸਭਾ 'ਚ ਅਜਿਹੇ ਲੱਗੇ? ਇਹ ਜਾਂਚ ਤੋਂ ਬਾਅਦ ਕਹਿ ਸਕਦੇ ਹਾਂ ਆਪਾਂ, ਕਿਉਂਕਿ ਹਲੇ ਤਾਂ ਸ਼ਿਕਾਇਤ ਮਿਲੀ ਹੈ ਨਾ ਜੀ। ਸੋ ਜਾਂਚ ਤੋਂ ਬਾਅਦ ਮੈਂ ਮੀਡੀਆ ਦੇ ਸਾਹਮਣੇ ਲੋਕਾਂ ਦੇ ਸਾਹਮਣੇ ਲੈ ਕੇ ਆਵਾਂ। ਸਿੱਖਾਂ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿੱਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ। ਇੱਥੇ ਕਈ ਫਿਲਮੀ ਅਦਾਕਾਰ ਤੇ ਕਈ ਵੱਡੇ ਰਾਜਨੀਤਿਕ ਆਗੂ ਵੀ ਪਹੁੰਚਦੇ ਨੇ। ਇਸੇ ਦੌਰਾਨ ਅੱਜ ਸਵੇਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੀ ਭਾਰਤ ਦੀ ਸਾਬਕਾ ਕੇਂਦਰੀ ਮੰਤਰੀ ਤੇ ਸਾਂਸਦ ਹਰਸਿਮਰਤ ਕੌਰ ਬਾਦਲ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਤੋਂ ਬਾਅਦ ਉਹਨਾਂ ਪਵਿੱਤਰ ਗੁਰਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਉੱਥੇ ਹੀ ਦੂਜੇ ਪਾਸੇ ਬੀਬਾ ਬਾਦਲ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਬਿਜਲੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਬਦਲਾਅ ਤੇ ਵਿਅੰਗ ਕੀਤਾ ਹੈ। ਉਹਨਾਂ ਲਿਖਿਆ ਕਿ ਹਰ ਰੋਜ਼ 34,000 ਤੋਂ ਵੱਧ ਬਿਜਲੀ ਕੱਟਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ। ਉਹਨਾਂ ਇਹ ਵੀ ਲਿਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਲਿਆਂਦੇ ਬਦਲਾਅ ਦਾ ਪਰਦਾਫਾਸ਼, ਜਿਸ ਨੇ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਉਹਨਾਂ ਲਿਖਿਆ ਕਿ ਅਕਾਲੀ ਦਲ ਨੇ ਪੰਜਾਬ ਨੂੰ ਬਿਜਲੀ ਸਰਪਲਸ ਕਰ ਦਿੱਤਾ, ਪਰ ਸੂਬੇਦਾਰ ਭਗਵੰਤ ਮਾਨ ਪੰਜਾਬ ਨੂੰ ਬਿਜਲੀ ਰਹਿਤ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਸ਼ਰਾਬ ਦੇ ਠੇਕਿਆਂ ਲਈ ਫੂਡ ਸੇਫਟੀ ਲਾਇਸੈਂਸ ਲਾਜ਼ਮੀ ਕਰ ਦਿੱਤਾ ਗਿਆ ਹੈ। ਫੂਡ ਸੇਫਟੀ ਲਾਇਸੈਂਸ ਲਈ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਊਸ਼ਾ ਗੋਇਲ ਵੱਲੋਂ ਸ਼ਰਾਬ ਦੇ ਠੇਕਿਆਂ ਤੇ ਚੈਕਿੰਗ ਵੀ ਕੀਤੀ ਗਈ ਤੇ ਸ਼ਰਾਬ ਠੇਕੇਦਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪੰਜਾਬ ਸਰਕਾਰ ਤੇ ਐਕਸਾਈਜ਼ ਵਿਭਾਗ ਦੀਆਂ ਸਕੀਮਾਂ ਪ੍ਰਤੀ ਜਾਣੂ ਕਰਵਾਉਂਦਿਆਂ
ਫੂਡ ਸੇਫਟੀ ਲਾਇਸੈਂਸ ਲਈ ਆਨਲਾਈਨ ਅਪਲਾਈ ਕਰਨ ਦੀ ਹਦਾਇਤ ਵੀ ਦਿੱਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਜੇਕਰ 15 ਦਿਨਾਂ ਵਿੱਚ ਲਾਇਸੈਂਸ ਅਪਲਾਈ ਨਾ ਕੀਤਾ ਤਾਂ ਸ਼ਰਾਬ ਦੇ ਠੇਕਿਆਂ ਦੇ ਸੰਚਾਲਕਾਂ ਨੂੰ ਲੱਖਾਂ ਰੁਪਏ ਜੁਰਮਾਨਾ ਤੇ ਸਜ਼ਾ ਹੋ ਸਕਦੀ ਹੈ। ਇਹ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਹੈ ਫੂਡ ਸੇਫਟੀ ਦੇ ਲਾਇਸੈਂਸ ਬਣਵਾਉਣ ਵਾਸਤੇ। ਅੱਜ ਤੋਂ 15 ਦਿਨ ਸਾਰੇ ਹੋਲਸੇਲਰਸ ਐਂਡ ਰਿਟੇਲਰਸ, ਤੇ ਇਸ ਤੋਂ ਬਾਅਦ ਇਹਨਾਂ ਦੀ ਸੈਂਪਲਿੰਗ ਵੀ ਸ਼ੁਰੂ ਹੋਏਗੀ। ਇਹਨਾਂ ਦੀ ਇੱਕ ਕੁਆਲਿਟੀ ਹੁੰਦੀ ਹੈ, ਮੈਨੂਫੈਕਚਰਿੰਗ ਯੂਨਿਟਸ ਤੇ FSSAI ਦੇ ਲਾਇਸੈਂਸ ਤੋਂ ਬਿਨਾਂ ਇਹ ਬਣਾ ਹੀ ਨਹੀਂ ਸਕਦੇ, ਤੇ ਉੱਥੇ ਇਹਨਾਂ ਦੀ ਕੁਆਲਿਟੀ ਚੈੱਕ ਹੁੰਦੀ ਹੈ। ਤੇ ਹੁਣ ਗਵਰਨਮੈਂਟ ਨੇ ਜਿਹੜੇ ਰਿਟੇਲ ਤੇ ਹੋਲਸੇਲ ਆਊਟਲੈਟ ਹੈ ਉਹ ਵੀ ਫੂਡ ਸੇਫਟੀ ਅੰਡਰ ਕਰ ਦਿੱਤੇ ਹੈ। ਇਹਨਾਂ ਦੀ ਸੈਂਪਲਿੰਗ ਹੋਏਗੀ, ਫੂਡ ਲੈਬ ਜਾਏਗੀ ਤੇ ਉੱਥੇ ਉਹਨਾਂ ਦੀ ਟੈਸਟਿੰਗ ਹੋਏਗੀ। ਤੇ ਐਕਚੁਅਲੀ ਜਿਹੜੇ ਮੈਡਮ ਆਏ ਸੀ DHO ਸਾਹਿਬ, ਇਹ ਸਾਨੂੰ ਇਹਦੇ ਬਾਰੇ ਵੈਸੇ ਨੌਲੇਜ ਨਹੀਂ, ਜੋ ਇਹਨਾਂ ਨੇ ਫੂਡ ਐਕਟ ਦੇ ਅੰਡਰ ਅਲਕੋਹਲ ਨੂੰ ਵੀ ਕਰਦਾ। ਅੱਜ ਅਖਬਾਰ 'ਚ ਵੀ ਆਇਆ, ਇਸੇ ਕੱਲ੍ਹ ਇਹਨਾਂ ਦੀ AT ਸਾਹਿਬ ਨਾਲ ਵੀ ਮੀਟਿੰਗ ਹੋਈ ਹੈ। ਇਹ ਸਾਨੂੰ ਲਾਇਸੈਂਸ ਲੈਣ ਪਿੱਛੇ ਕਹਿ ਰਹੇ ਹੈ, ਪਰ ਲੇਕਿਨ ਜਿਹੜੇ ਸਾਡੇ ਕੋਲ ਠੇਕੇ ਗੌਰਮੈਂਟ ਨੇ ਕਿ ਟੈਂਪਰੇਰੀ ਤੌਰ 'ਤੇ ਐਕਸਟੈਂਡ ਕੀਤੇ 3 ਮਹੀਨਿਆਂ ਲਈ। ਇਹ ਲਾਇਸੈਂਸ ਹੈ 1 ਸਾਲ ਵਾਸਤੇ, ਤੇ ਇਹਦੇ ਵਿੱਚ ਵੀ ਹੁਣ ਤਾਂ ਕੋਈ ਲਾਇਸੈਂਸ ਲੈਣ ਦਾ ਕੋਈ ਹੋਇਆ ਨਹੀਂ ਸਾਡੇ ਕੋਲ। ਤਾਂ ਆ ਪਾਲਿਸੀ ਆਈ ਜਾਣੀ ਹੈ ਨਵੀਂ 10-20 ਦਿਨਾਂ ਦੇ ਵਿੱਚ। ਜੋ ਵੀ ਇਹਦਾ ਲੋਟੀ ਹੋਊਗਾ ਜਾਂ ਕਿਸੇ ਕਿਸਮ ਦਾ ਉਹ ਨਵਾਂ ਕੋਈ ਠੇਕੇਦਾਰ ਆਊਗਾ ਜਾਂ ਸਾਡੇ ਕੋਲ ਰਹਿਣਗੇ ਤਾਂ ਅਸੀਂ ਲੈ ਲਾਂਗੇ, ਜੇ ਕੋਈ ਨਵਾਂ ਆਊਗਾ ਤਾਂ ਨਵਾਂ ਲੈ ਲੂਗਾ। ਜੋ ਵੀ ਗੌਰਮੈਂਟ ਕਹੂਗੀ ਉਦੋਂ ਕਰਨੀ ਪੈਣੀ। ਇਹ ਤਾਂ ਬਹੁਤ ਵਧੀਆ ਚੀਜ਼ ਹੈ। ਵਧੀਆ ਚੀਜ਼ ਹੈ ਜੀ ਇਹ। ਇਹਦੇ ਨਾਲ ਲੋਕਾਂ ਨੂੰ ਵੀ ਜਾਗਰਤੀ ਹੋਊਗੀ, ਵਧੀਆ ਸ਼ਰਾਬ ਮਿਲੂਗੀ। ਵੈਸੇ ਤਾਂ ਸੀਲ ਬੰਦ ਹੀ ਆਉਂਦੇ ਫੈਕਟਰੀ, ਜੋ ਡਿਸਟਿਲੀਆਂ ਤੋਂ ਸ਼ਰਾਬ ਆਉਂਦੀ ਹੈ ਉਹ ਸੀਲ ਬਾਅਦ ਹੋਲੋਗ੍ਰਾਮ ਲੱਗੇ ਹੁੰਦੇ ਆ, ਉਹ ਸੇਫਟੀ ਐਕਟ ਦੇ ਅੰਡਰ ਹੀ ਹੈ। ਹਾਂ, ਸੈਂਪਲਿੰਗ ਹੋ ਜਾਏ ਜੀ, ਉਹਦਾ ਜੋ ਵੀ ਹੈ ਸਾਰਾ। ਅੱਜ ਕੱਲ੍ਹ ਤਾਂ ਪਿਓਰ ਹੀ ਸਾਰਾ ਕੁਛ। ਸੀਲ ਬੰਦ ਆਉਂਦੀ ਹੈ ਸ਼ਰਾਬ, ਸੀਲ ਬੰਦ ਹੀ ਹੁੰਦੀ ਹੈ, ਉਹ ਜਿਹੜੀ ਵਿਕਦੀ ਹੈ। ਲਾਇਸੈਂਸ ਤਾਂ ਫਿਰ ਜਦੋਂ ਹੁਣ ਨਵੇਂ ਠੇਕੇ ਹੋਣਗੇ ਜੀ, ਇਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਹੈ DHO ਸਾਹਿਬ ਨੂੰ ਵੀ ਆ 10-20 ਦਿਨਾਂ ਵਿੱਚ ਤਾਂ ਲਾਇਸੈਂਸ ਲੈਣ ਦਾ ਕੋਈ ਆਈਡੀਆ ਨਹੀਂ, ਕੋਈ ਨਵੇਂ ਆਉਣਗੇ ਅਤੇ ਜਿਹੜੇ ਲਾਇਸੈਂਸ ਸਾਨੂੰ ਮਿਲ ਗਏ ਹੋਲਸੇਲ ਵਗੈਰਾ ਦੇ, ਉਹਦਾ ਅਸੀਂ ਲਾਇਸੈਂਸ ਲੈ ਲੈਂਦੇ। ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਫਾਜ਼ਿਲਕਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਹਨਾਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਪਿੰਡ ਕੁਰਕਾ ਦਾ ਦੌਰਾ ਕੀਤਾ ਤੇ ਕੰਡਿਆਲੀ ਤਾਰ ਦੇ ਪਾਰ ਖੇਤੀ ਕਰਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਸਰਕਾਰ ਤੇ ਨਿਸ਼ਾਨੇ ਵਿੰਨੇ। ਉਹਨਾਂ ਭਗਵੰਤ ਮਾਨ ਦੀ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਇੱਕ ਮੌਕਾ ਆਪ ਨੂੰ ਬਿਜਲੀ ਨਾ ਦਿਨ ਨੂੰ ਨਾ ਰਾਤ ਨੂੰ। ਉਹਨਾਂ ਕਿਹਾ ਕਿ ਆਉਣ ਵਾਲੇ 3 ਦਿਨਾਂ ਵਿੱਚ ਲੋਕਾਂ ਨੂੰ ਬਿਜਲੀ ਨਹੀਂ ਮਿਲਣੀ। ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਦਿੱਲੀ ਨਾਲ ਸਮਝੌਤਾ ਕਰਕੇ ਪੰਜਾਬ ਦੀ ਗੈਰਤ ਨੂੰ ਗਿਰਵੀ ਰੱਖ ਦਿੱਤਾ ਹੈ। ਇਸ ਤਰ੍ਹਾਂ ਹੈ ਕਿ ਅੱਜ ਦੀ ਵਿਜ਼ਿਟ ਦਾ ਕਾਰਨ ਇਹੀ ਹੈ ਕਿ ਜਿਹੜੀ ਕਿਸਾਨ ਦੀ ਆਵਾਜ਼ ਹੈ ਉਹ ਬੁਲੰਦ ਕੀਤੀ। ਇਹ ਖੁਦਕੁਸ਼ੀ ਜਦੋਂ ਕੋਈ ਕਰਦਾ ਹੈ, ਜ਼ਿੰਦਗੀ ਤੋਂ ਪਿਆਰਾ ਤਾਂ ਕੁਝ ਨਹੀਂ ਜੀ। ਇਹ ਭੈ ਜਿਹੜਾ ਹੁੰਦਾ ਵੀ ਮੇਰੀ ਜ਼ਿੰਦਗੀ ਨਾ ਚਲੀ ਜਾਏ, ਇਹੀ ਜ਼ਿੰਦਗੀ ਤਕੜੀ ਰੱਖਦਾ ਹੈ। ਲੇਕਿਨ ਜਦੋਂ ਕਿਸਾਨ ਇੰਨਾ ਕੁ ਮਜਬੂਰ ਹੋ ਜਾਂਦਾ ਹੈ ਕਿ ਉਹ ਆਪਣੀ ਜ਼ਿੰਦਗੀ ਖਤਮ ਕਰਨ ਦੇ ਉੱਤੇ ਆਤੁਰ ਹੋ ਜਾਂਦਾ। ਪੰਜਾਬ 'ਚ ਪਹਿਲਾਂ ਹੁੰਦਾ ਨਹੀਂ ਸੀ, ਇਹ ਟ੍ਰੈਂਡ ਰੁਕਣਾ ਚਾਹੀਦਾ। मुआवजे की दूसरी कांग्रेस की सरकार में भी, कांग्रेस की सरकार में भी हुए। मैं तो कह रहा हूँ, तब भी मैं उठाता था ये मुद्दे। नहीं, पिछली 5 साल सरकार ਜਿਹੜੀ ਕਾਂਗਰਸ ਦੀ ਰਹੀ ਹੈ ਸੱਤਾ ਦੇ ਅੰਦਰ, ਕਿ ਮੁਆਵਜ਼ਾ ਉਸ ਸਮੇਂ ਦਾ ਵੀ ਜਿਹੜਾ ਪੈਂਡਿੰਗ। ਭਾਈ 2018 ਕਦੋਂ ਦਾ ਹੈ? ਕੀ ਕਾਰਨ ਕੀ ਸਮਝਦੇ? ਮੈਂ ਕਾਰਨ ਸਿੰਪਲ ਹੈ ਕਿ ਜਦ ਤੱਕ ਅਸੀਂ ਇਨਕਮ ਜਨਰੇਟ ਨਹੀਂ ਕਰਦੇ, ਮੈਂ ਪਹਿਲੇ ਦਿਨ ਦਾ ਕਹਿੰਦਾ ਆ ਰਿਹਾ ਯਾਰ ਰੁਕ ਜਾ ਹੁਣ, ਮੈਂ ਪਹਿਲੇ ਦਿਨ ਦਾ ਕਹਿੰਦਾ ਆ ਰਿਹਾ ਕਿ ਭਾਈ ਅਸਲੀ ਮੁੱਦਾ ਹਵਾਈ ਗੱਲਾਂ ਕਰਨਾ ਨਹੀਂ ਹੈ, ਉਹ ਸੁਪਨੇ ਦਿਖਾਣਾ ਨਹੀਂ ਹੈ ਜਿਹੜੇ ਸਾਕਾਰ ਨਹੀਂ ਹੋ ਸਕਦੇ, ਝੂਠ ਵੇਚਣਾ ਨਹੀਂ ਹੈ। ਇੱਕ ਅਸਲੀਅਤ ਨੂੰ ਫੇਸ ਕਰਨਾ ਹੈ, ਔਰ ਉਹ ਅਸਲੀਅਤ ਇਹ ਹੈ ਕਿ ਸਾਡੇ ਕੋਲ ਇਨਕਮ ਹੈ ਨਹੀਂ। ਅਗਰ ਹੋਵੇ, ਇਹ ਮਾਫੀਆ ਨੂੰ ਮਾਰ ਕੇ 30-40 ਹਜ਼ਾਰ ਕਰੋੜ ਰੁਪਇਆ ਇਨਕਮ ਹੋਵੇ ਤੇ ਉਹ 40 ਹਜ਼ਾਰ ਕਰੋੜ 80 ਹਜ਼ਾਰ ਕਰੋੜ ਹੁੰਦਾ। ਹੁਣ ਤੁਹਾਨੂੰ ਮੈਂ ਦੱਸ ਦੇਣਾ ਕਿੱਦਾਂ ਕਿ 50 ਰੁਪਏ ਅਗਰ ਪਾਉਂਦੇ ਆ ਤੇ 1 ਰੁਪਇਆ 100 ਰੁਪਇਆ ਸੈਂਟਰ ਦੀ ਸਰਕਾਰ ਦੇ, ਕਿਉਂਕਿ ਸਾਡੇ ਕੋਲ 50 ਨਹੀਂ, ਇਸ ਕਰਕੇ ਉਹ 100 ਨਹੀਂ। ਕੰਪਨਸੇਸ਼ਨ 2018 ਤੋਂ ਇਸ ਕਰਕੇ ਨਹੀਂ ਮਿਲੀ ਕਿ ਅੱਧਾ ਪੈਸਾ ਅਸੀਂ ਨਹੀਂ ਪਾ ਸਕੇ ਸਟੇਟ। ਇਸ ਕਰਕੇ ਇਹ ਮੁੱਦੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਦਲ ਸਕਦੇ ਆ। ਅੱਜ ਉਹ ਦਾਲ ਰੋਟੀ ਖਾ ਸਕਦਾ ਹੈ, ਵਿੱਚ ਘੇ ਪਾ ਕੇ ਵੀ ਖਾ ਸਕਦਾ, ਪਿਆਜ਼ ਨਾਲੋਂ ਉਹਦੀ ਜ਼ਿੰਦਗੀ ਨੂੰ ਸੰਵਾਰ ਸਕਦੇ ਆ, ਅਗਰ ਉਹਦਾ ਹੱਕ, ਉਹਦਾ ਬਣਦਾ ਹੱਕ ਉਹਨੂੰ ਦਿੱਤਾ ਜਾ ਸਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜ ਸਰਕਾਰਾਂ ਨੂੰ ਪੈਟਰੋਲ ਤੇ ਡੀਜ਼ਲ ਤੇ ਵੈਟ ਘਟਾਉਣ ਦੀ ਅਪੀਲ ਕੀਤੀ ਗਈ ਸੀ। PM ਦੀ ਅਪੀਲ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ। ਆਪ ਆਗੂ ਅਮਨ ਅਰੋੜਾ ਨੇ ਤੰਜ ਕੱਸਦਿਆਂ ਉਲਟਾ ਮੋਦੀ ਸਰਕਾਰ ਨੂੰ ਮੋੜਵਾਂ ਜਵਾਬ ਦਿੱਤਾ ਕਿ ਜੇਕਰ ਕੇਂਦਰ ਵੱਲੋਂ ਛੂਟ ਮਿਲੀ ਹੁੰਦੀ ਤਾਂ ਅੱਜ ਇਹ ਦਿਨ ਨਾ ਦੇਖਣੇ ਪੈਂਦੇ। ਇਸ ਦੇ ਨਾਲ ਹੀ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਜਵਾਬੀ ਕਾਰਵਾਈ ਕੀਤੀ। ਉਹਨਾਂ ਭਾਜਪਾ ਸ਼ਾਸਤ ਤੇ ਗੈਰ ਭਾਜਪਾ ਸ਼ਾਸਤ ਰਾਜਾਂ ਦੀ ਤੁਲਨਾ ਕਰਦੇ ਅੰਕੜੇ ਵੀ ਪੇਸ਼ ਕੀਤੇ। ਪੁਰੀ ਨੇ ਵੀਰਵਾਰ ਸਵੇਰੇ ਕਈ ਟਵੀਟ ਕਰਕੇ ਵਿਰੋਧੀ ਧਿਰ ਨੂੰ ਕਰਾਰਾ ਜਵਾਬ ਦਿੱਤਾ।
ਦੇਖੋ ਕੱਲ ਜਿਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸੀਐਮਸ ਦੇ ਨਾਲ ਮੀਟਿੰਗ ਤਾਂ ਉਹਨਾਂ ਦੀ ਚਾਹੇ ਸੀਗੀ ਕੋਵਿਡ ਦੀ ਸਿਚੁਏਸ਼ਨ ਨੂੰ ਰਿਵਿਊ ਕਰਨ ਦੇ ਲਈ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਟੇਟਾਂ ਨੂੰ ਨਸੀਹਤਾਂ ਦਿੱਤੀਆਂ ਨੇ ਕਿ ਪੈਟਰੋਲ ਔਰ ਡੀਜ਼ਲ ਦੀਆਂ ਪ੍ਰਾਈਸਿਸ ਦੇ ਉੱਪਰ ਵੈਟ ਹੈ ਜਿਹੜਾ ਉਹ ਘਟਾਇਆ ਜਾਵੇ, ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਇਸ ਗੱਲ ਦੀ ਪਹਿਰੇਦਾਰ ਹੈ, ਸਪੋਰਟ ਕਰਦੀ ਹੈ ਕਿ ਆਮ ਲੋਕਾਂ ਦੇ ਉੱਪਰ ਮਹਿੰਗਾਈ ਦਾ ਬੋਝ ਹੈ ਜਿਹੜਾ ਉਹ ਘੱਟ ਕੀਤਾ ਜਾਣਾ ਚਾਹੀਦਾ ਹੈ। ਪਰ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ, ਕੇਂਦਰ ਸਰਕਾਰ ਨੂੰ ਔਰ ਬੀਜੇਪੀ ਨੂੰ ਇਹ ਯਾਦ ਕਰਾਉਣਾ ਚਾਹੂੰਗਾ ਕਿ ਕਿਸ ਤਰੀਕੇ ਦੇ ਨਾਲ ਪਿਛਲੇ 5 ਸਾਲਾਂ ਦੇ ਵਿੱਚ ਪੈਟਰੋਲ ਡੀਜ਼ਲ ਦੇ ਉੱਪਰ ਜਿਹੜੇ ਚਾਰजेस ਨੇ ਉਹ ਤਕਰੀਬਨ 250% ਨੇ ਜਿਹੜੇ ਉਹਨਾਂ ਦੀ ਸਰਕਾਰ ਵੱਲੋਂ ਵਧਾ ਦਿੱਤੇ ਗਏ ਨੇ। ਸ਼ਾਇਦ ਪ੍ਰਧਾਨ ਮੰਤਰੀ ਜੀ ਉਹ ਦਿਨ ਵੀ ਭੁੱਲ ਗਏ ਕਿ ਜਦ ਪਿਛਲੇ ਸਾਲ ਕੋਵਿਡ ਦੀ ਵਜ੍ਹਾ ਕਰਕੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਡੀਜ਼ਲ ਔਰ ਪੈਟਰੋਲ ਦੇ ਕਰੂਡ ਆਇਲ ਦੀਆਂ ਪ੍ਰਾਈਸਿਸ ਨੇ ਜਿਹੜੀਆਂ ਉਹ ਪਿਛਲੇ 50 ਸਾਲਾਂ ਦੇ ਲੋਐਸਟ ਲੈਵਲ ਦੇ ਉੱਪਰ ਸੀਗੀਆਂ, ਪਰ ਉਹਨਾਂ ਵੱਲੋਂ ਦੇਸ਼ ਦੇ ਲੋਕਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਸੀਗੀ ਤੇ ਆਪਣੇ ਕਾਰਪੋਰੇਟ ਘਰਾਣੇ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਦਿਨ ਪਰ ਦਿਨ ਪ੍ਰਾਈਸਿਸ ਨੇ ਜਿਹੜੀਆਂ ਉਹ ਵੱਧ ਰਹੀਆਂ ਸੀਗੀਆਂ। ਔਰ ਇਸੇ ਤਰੀਕੇ ਦੇ ਨਾਲ ਸ਼ਾਇਦ ਮੋਦੀ ਸਾਹਿਬ ਉਹ ਦਿਨ ਵੀ ਭੁੱਲ ਗਏ ਨੇ ਕਿ ਜਦੋਂ ਉਹਨਾਂ ਦੀਆਂ ਇਲੈਕਸ਼ਨਸ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਕਿਵੇਂ ਕੰਟੀਨਿਊਟੀ ਦੇ ਵਿੱਚ ਹਰ ਰੋਜ਼ ਪ੍ਰਾਈਸਿਸ ਨੇ ਜਿਹੜੀਆਂ ਉਹਨਾਂ ਦੀ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ ਵਧਾ ਕੇ ਲੋਕਾਂ ਦੇ ਉੱਪਰ ਬੋਝ ਹੈ ਜਿਹੜਾ ਉਹ ਪਾਇਆ ਜਾਂਦਾ। ਸ਼ਾਇਦ ਉਹ ਦਿਨ ਮੋਦੀ ਸਾਹਿਬ ਹੁਣੀ ਭੁੱਲ ਗਏ ਹੋਣਗੇ, ਪਰ ਫਿਰ ਵੀ ਅਸੀਂ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਇਸ ਗੱਲ ਦੇ ਉੱਪਰ ਪਹਿਰਾ ਦਿੰਦੀਆਂ ਨੇ ਕਿ ਆਮ ਲੋਕਾਂ ਦੇ ਉੱਪਰ ਬੋਝ ਹੈ ਜਿਹੜਾ ਉਹ ਘੱਟੋ ਘੱਟ ਹੋਣਾ ਚਾਹੀਦਾ ਹੈ। ਔਰ ਕੱਲਾ ਸਟੇਟ ਗਵਰਨਮੈਂਟ ਨੂੰ ਵੈਟ ਘਟਾਉਣ ਦੀਆਂ ਨਸੀਹਤਾਂ ਦੇ ਕੇ ਕੇਂਦਰ ਸਰਕਾਰ ਔਰ ਮੋਦੀ ਸਾਹਿਬ ਆਪਦਾ ਪੱਲਾ ਨਹੀਂ ਝਾੜ ਸਕਦੇ ਹੈਗੇ, ਉਹਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਔਰ ਪ੍ਰਾਈਸਿਸ ਨੇ ਜਿਹੜੀਆਂ ਉਹ ਸੈਂਟਰਲ ਲੈਵਲ ਦੇ ਉੱਪਰ ਘਟਣੀਆਂ ਚਾਹੀਦੀਆਂ ਨੇ। ਸਿਰਫ ਇਹ ਕਹਿ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ ਹੈ ਕਿ ਸੋ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਸ ਤਰੀਕੇ ਦੇ ਨਾਲ, ਜਿਸ ਤਰੀਕੇ ਨਾਲ ਤੁਸੀਂ ਕੱਲ ਕੋਆਪਰੇਟਿਵ ਫੈਡਰਲਿਜ਼ਮ ਦੀ ਗੱਲ ਕੀਤੀ ਹੈ, ਬਿਲਕੁਲ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਕੋਆਪਰੇਟਿਵ ਫੈਡਰਲਿਜ਼ਮ ਦੇ ਪਹਿਰੇਦਾਰ ਨੇ, ਇਸ ਦੀ ਸਪੋਰਟ ਕਰਦੇ ਆ, ਪਰ ਸਿਰਫ ਕਹਿਣ ਨਾਲ ਕੰਮ ਨਹੀਂ ਚੱਲਣਾ ਹੈਗਾ। ਜਿਸ ਤਰੀਕੇ ਦੇ ਨਾਲ ਤੁਸੀਂ ਸਾਡੀਆਂ ਸਰਕਾਰਾਂ ਚਾਹੇ ਦਿੱਲੀ ਦੇ ਵਿੱਚ ਤੇ ਚਾਹੇ ਪੰਜਾਬ ਦੇ ਵਿੱਚ ਉਹਨਾਂ ਦੀ ਸਮੇਂ ਸਿਰ ਬਾਂਹ ਮਰੋੜਦੇ ਹੋ, ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ, ਮੈਂ ਸਮਝਦਾ ਕਿ ਉਹ ਵੀ ਜਾਇਜ਼ ਨਹੀਂ ਹੈ। ਇਹਨਾਂ ਚੀਜ਼ਾਂ ਸਿਰਫ ਕਹਿਣ ਨਾਲ ਕੰਮ ਨਹੀਂ ਸਰਨਾ ਹੈਗਾ। ਮੋਦੀ ਸਾਹਿਬ ਨੂੰ ਇਨ ਲੈਟਰ ਐਂਡ ਸਪਿਰਿਟ ਇਹਨਾਂ ਦੇ ਉੱਪਰ ਅਮਲ ਕਰਨਾ ਪਏਗਾ। ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸਨੀ ਦਿਓਲ ਨੇ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨਾਲ ਖਾਸ ਮੁਲਾਕਾਤ ਕੀਤੀ, ਜਿਸ ਦੌਰਾਨ ਉਹਨਾਂ ਮਾਂਡਵੀਆ ਨਾਲ ਸਿਹਤ ਸਮੱਸਿਆਵਾਂ ਨੂੰ ਲੈ ਕੇ ਏਮਸ ਜਾਂ ਪੀਜੀਆਈ ਦੇ ਸੈਟੇਲਾਈਟ ਕੇਂਦਰ ਸਥਾਪਿਤ ਕਰਨ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਨੀ ਦਿਓਲ ਨੇ ਕਿਹਾ ਕਿ ਮੈਂ ਆਪਣੇ ਲੋਕ ਸਭਾ ਹਲਕੇ ਦੇ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨਾਲ ਸਿਹਤ ਸਮੱਸਿਆਵਾਂ ਨੂੰ ਲੈ ਕੇ ਇੱਕ ਬੈਠਕ ਹੋਈ। ਉਹਨਾਂ ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੂੰ ਲੋਕਾਂ ਨੂੰ ਆ ਰਹੀਆਂ ਸਿਹਤ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਦੱਸਿਆ ਕਿ ਸਰਹੱਦੀ ਖੇਤਰ ਹੋਣ ਕਰਕੇ ਲੋਕਾਂ ਨੂੰ ਆਪਣੇ ਇਲਾਜ ਲਈ ਬਹੁਤ ਦੂਰ ਜਾਣਾ ਪੈਂਦਾ ਏ। ਉਹਨਾਂ ਮੰਗ ਕੀਤੀ ਕਿ ਇਹਨਾਂ ਸਮੱਸਿਆਵਾਂ ਨੂੰ ਦੇਖਦਿਆਂ ਮੇਰੇ ਇਲਾਕੇ ਵਿੱਚ ਏਮਸ ਜਾਂ ਪੀਜੀਆਈ ਦੇ ਸੈਟੇਲਾਈਟ ਕੇਂਦਰ ਸਥਾਪਿਤ ਕੀਤਾ ਜਾਵੇ। ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਕੁਰਾਲਾ ਵਿਖੇ ਇੱਕ ਮਾਮੂਲੀ ਤਕਰਾਰ ਤੋਂ ਬਾਅਦ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਨਿਵਾਸੀ ਕੁਰਾਲਾ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਮੁਰਗੀ ਖਾਨੇ ਵਿੱਚ ਜ਼ਹਿਰੀਲੀ ਚੀਜ਼ ਖਾਣ ਨਾਲ ਇੱਕ ਮੁਰਗੀ ਮਰ ਗਈ ਸੀ, ਜਿਸ ਦਾ ਸ਼ੱਕ ਉਹ ਆਪਣੇ ਚਚੇਰੇ ਭਰਾ ਅਮਨਦੀਪ ਸਿੰਘ ਤੇ ਕਰਦਾ ਸੀ। ਉਹਨਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿੱਚ ਤਕਰਾਰ ਹੋਈ ਸੀ। 7:30 ਵਜੇ ਦੇ ਤਕਰੀਬਨ ਗੱਲ ਆ ਜੀ। ਮੈਂ ਅੰਦਰੋਂ ਨਿਕਲਦਾ ਤਾਂ ਬਾਹਰ ਰੌਲਾ ਪੈਂਦਾ। ਬੱਚੇ ਦੇ ਹੱਥ ਵਿੱਚ ਡੰਡਾ ਸੀ। ਸਿੰਮੂ ਦਾ ਜਿਸ ਲੜਕਾ ਸੀ, ਸਿੰਮੂ ਦਾ ਲੜਕਾ, ਫਾਦਰ ਦਾ ਨਾਂ ਹਰਪ੍ਰੀਤ ਸਿੰਘ। ਇਹਨੂੰ ਅਸੀਂ ਦੋਨੇ ਭਰਾ ਛਡਾਉਣ ਡਏ ਹਾਂ। ਕੁੱਟਿਆ ਵੀ ਇਹਨੂੰ, ਸਿੰਮੂ ਨੂੰ, ਅਸੀਂ ਕਿ ਤੂੰ ਹਟ ਜਾ, ਕੰਮ ਨਾ ਕਰ, ਪਰ ਸਾਡੇ ਨਾਲ ਜ਼ੋਰ ਵਾਲੇ ਸਾਡੇ ਨਹੀਂ ਕਾਬੂ 'ਚ ਆਇਆ ਬੱਚਾ। ਛਡਾਉਂਦਿਆਂ ਮੈਂ ਇਹਨੇ ਇੱਕ ਫੋੜਾ ਚੱਕਿਆ। ਉਹ ਫੋੜਾ ਮੇਰੇ ਵੀ ਥੋੜਾ ਇੱਥੇ ਲੱਗਾ, ਕਹੀ ਵਾਲਾ ਫੋੜਾ। ਛਡਾਉਂਦਿਆਂ ਇਹ ਇੱਧਰੋਂ ਨਿਕਲੇ ਅਮਨਦੀਪ ਸਿੰਘ, ਪਹਿਲੇ ਖਾਲੀ ਹੱਥ ਨਿਕਲੇ, ਬੋਲ ਬਰਾਲਾ ਹੋਇਆ, ਅੰਦਰ ਵੜ ਗਿਆ ਦੌੜ ਕੇ। ਇਹ ਅੰਦਰ ਵੜਨੇ ਤੋਂ ਬਾਅਦ ਕੋਈ 5-7 ਮਿੰਟ ਬੀਤ ਜਾਂਦੇ ਆ। ਬੀਤਣ ਤੋਂ ਬਾਅਦ ਮੈਂ ਸੋਚਿਆ ਵੀ ਰਫਾ ਦਫਾ ਹੋ ਗਈ, ਅਬ ਚਲੋ ਨਾਰਮਲ ਹੋ ਗਿਆ ਕੰਮ। ਅਸੀਂ ਉਹਦੇ ਬੱਚੇ ਨੂੰ ਕੰਟਰੋਲ ਕਰਦਿਆਂ ਇੰਨੀ ਦੇਰ ਨੂੰ ਬੰਦੂਕ ਲੈ ਕੇ ਆ ਜਾਂਦਾ ਅੰਦਰ।
ਬੰਦੂਕ ਲਿਆ ਕੇ ਇੱਥੇ ਆ ਕੇ ਨੇ ਹਵਾਈ ਫਾਇਰ ਕਰਤਾ। ਅਸੀਂ ਫਿਰ ਵੀ ਇਹਨੂੰ ਛਡਾਉਂਦੇ ਆ, ਨਹੀਂ ਹਟਿਆ ਇਹ। ਇਹਦੀ ਬੰਦੂਕ ਖੋਲ੍ਹਣ ਦੀ ਪਹਿਲੇ ਹੀ ਕੋਸ਼ਿਸ਼ ਕੀਤੀ ਜਿਲੇ ਇਹਨੇ ਹਵਾਈ ਫਾਇਰ ਕੀਤਾ। ਮੇਰੇ ਮਨ 'ਚ ਡਾਊਟ ਸੀ ਵੀ ਇਹਨੇ ਦੂਸਰਾ ਫਾਇਰ ਵੀ ਭਰਿਆ ਹੋਣਾ, ਲੋਡ ਕੀਤਾ ਹੋਊਗਾ। ਉੱਥੇ ਮੈਂ ਹਰਪ੍ਰੀਤ ਨੂੰ ਫੜ ਲਿਆ ਜਿਹਨਾਂ ਦੀ ਡੈਥ ਹੋਈ ਆ। ਉੱਥੇ ਫੜਿਆ, ਇਸ ਤਰ੍ਹਾਂ ਜੱਫੀ ਪਾਈ ਫੜਿਆ। ਸੱਜੇ ਪਾਸੇ ਮੈਂ ਆ ਤੇ ਖੱਬੇ ਪਾਸੇ ਹਰਪ੍ਰੀਤ ਸਿੰਘ ਆ। ਤਕਰੀਬਨ ਮੈਕਸੀਮਮ 1.5 ਫੁੱਟ ਤੋਂ ਗੋਲੀ ਲੱਗੀ ਹੈ ਜੀ, 1.5 ਫੁੱਟ ਤੋਂ। ਭਈਆ ਰੰਜਿਸ਼ ਕੀ ਸੀ ਇਹਨਾਂ ਦੀ ਆਪਸ ਵਿੱਚ? ਹਾਂਜੀ, ਰੰਜਿਸ਼ ਕੀ ਸੀ ਇਹਨਾਂ ਦੀ ਆਪਸ ਵਿੱਚ? ਰੰਜਿਸ਼ ਇਹ ਸੀਗੀ ਜੀ ਵੀ ਕੱਲ੍ਹ ਇਹਨੇ ਮੁਰਗੇ ਰੱਖੇ ਵਾ ਕੁੱਕੜ, ਇਹਨੇ ਕਿਤੇ ਕੋਈ ਜ਼ਹਿਰ ਪਾਈ ਉਹਨੂੰ ਕੁੱਕੜਾਂ ਨੂੰ, ਉਹਨਾਂ ਦਾ ਇੱਕ ਕੁੱਕੜ ਮਰ ਜਾਂਦਾ। ਅੱਜ ਜ਼ਹਿਰ ਪਾਉਂਦਾ ਐਟ ਏ ਟਾਈਮ ਇਹਨਾਂ ਨੇ ਫੜ ਲਿਆ ਉਹਨੂੰ। ਉਹ ਮੁਰਗਿਆਂ ਤੋਂ ਗੱਲ ਵਧੀ ਆ ਜੀ। ਠੀਕ ਹੈ ਜੀ। ਇਹ ਮਿੰਟ ਦਾ ਖੇਲ ਸੀਗਾ ਜੀ। ਉਹ ਜਿਹਨਾਂ ਦੇ ਗੋਲੀ ਲੱਗਦੀ ਆ ਹਰਪ੍ਰੀਤ ਸਿੰਘ ਦੇ, ਜਿਹੜੇ ਗੋਲੀ ਲੱਗੇ ਉਹਨੇ ਇੱਕ ਵਾਰੀ ਹਾਈ ਕੀਤੀ ਹੈ, ਦੁਬਾਰਾ ਪਾਣੀ ਪਿਲਾਇਆ, ਫਿਰ ਨਹੀਂ ਬੋਲੇ। ਇੱਕ ਹੀ ਵਾਕਿਆ ਸਰ। ਕੁਰਾਲੀ ਪਿੰਡ ਦੇ ਵਿੱਚ ਹਰਪ੍ਰੀਤ ਤੇ ਅਮਨਦੀਪ ਦੋਨੋਂ ਚਾਚੀ ਤਾਏ ਦੇ ਮੁੰਡੇ ਹੈਗੇ। ਸਵੇਰੇ ਕੋਈ ਇਹਨਾਂ ਦਾ ਆਪਸੀ ਤਕਰਾਰ ਹੋਇਆ ਔਰ ਜਿਹੜਾ ਅਮਨਦੀਪ ਹੈਗਾ ਉਹਨੇ ਆਪਣੀ ਦੁਨਾਲੀ ਦੇ ਨਾਲ ਹਰਪ੍ਰੀਤ ਨੂੰ ਗੋਲੀ ਮਾਰਤੀ ਔਰ ਉਹਦੀ ਹਸਪਤਾਲ ਜਾ ਕੇ ਡੈਥ ਹੋ ਗਈ। ਸੋ ਉਹਦੀ ਜਾਂਚ ਪੇਸ਼ ਹੋਣੀ ਚਾਹੀਦੀ। ਦੋਸ਼ੀ ਫਰਾਰ ਹੈ? ਹਾਂ, ਦੋਸ਼ੀ ਦੀ ਭਾਲ ਕਰ। ਮੰਤਰੀ ਬਣਨ ਤੋਂ ਬਾਅਦ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੂਰੇ ਐਕਸ਼ਨ ਮੋਡ ਵਿੱਚ ਨੇ। ਜਾਣਕਾਰੀ ਮੁਤਾਬਕ ਅੱਜ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮੋਹਾਲੀ ਵਿਖੇ ਸਿਸਵਾ ਨੇੜੇ ਸੁਖ ਵਿਲਾਸ ਹੋਟਲ ਦੇ ਕੋਲ ਲਾਈਵ ਰੇਡ ਕੀਤੀ ਗਈ। ਇਸ ਦੌਰਾਨ ਮੰਤਰੀ ਧਾਲੀਵਾਲ ਵੱਲੋਂ ਟਰੈਕਟਰ ਲਿਆ ਕੇ ਰੇਡ ਕਰਕੇ ਸਰਕਾਰੀ ਜ਼ਮੀਨ ਨੂੰ ਕਬਜ਼ੇ ਵਿੱਚੋਂ ਛੁਡਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ਤੇ ਬਿਕਰਮ ਸਿੰਘ ਨੇ 2007 ਤੋਂ ਕਬਜ਼ਾ ਕੀਤਾ ਹੋਇਆ ਸੀ। ਇਹ ਸਾਰੀ ਪੰਚਾਇਤੀ ਵਿਭਾਗ ਦੀ ਜ਼ਮੀਨ 29 ਏਕੜ ਦੇ ਕਰੀਬ ਦੱਸੀ ਜਾ ਰਹੀ ਹੈ, ਜਿਸ ਨੂੰ ਹੁਣ ਛੁਡਵਾ ਲਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਬਣਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਅੰਮ੍ਰਿਤਸਰ ਵਿੱਚ ਵੀ ਇੱਕ ਰਿੰਗ ਰੋਡ ਤਿਆਰ ਕੀਤਾ ਜਾ ਰਿਹਾ ਹੈ। ਰਿੰਗ ਰੋਡ ਤਿਆਰ ਕਰਨ ਲਈ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਕੋਲੋਂ ਜ਼ਮੀਨਾਂ ਲੈ ਕੇ ਉਹਨਾਂ ਨੂੰ ਵਾਜਬ ਕੀਮਤਾਂ ਦਿੱਤੀਆਂ ਜਾ ਰਹੀਆਂ ਨੇ। ਪਰ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਐਸਡੀਐਮ ਰਾਜੇਸ਼ ਸ਼ਰਮਾ ਤੇ ਇਹ ਦੋਸ਼ ਲਗਾਇਆ ਗਿਆ ਕਿ ਰਾਜੇਸ਼ ਸ਼ਰਮਾ ਕੁਝ ਰਸੂਖਦਾਰ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਨੂੰ ਕਮਰਸ਼ੀਅਲ ਦੱਸ ਕੇ ਉਸ ਦੀ ਝੂਠੀ ਵੱਡੀ ਕੀਮਤ ਲੈ ਰਿਹਾ ਹੈ, ਜਿਸ ਵਿੱਚੋਂ ਖੁਦ ਵੀ ਉਹ ਆਪਣਾ ਹਿੱਸਾ ਰੱਖ ਰਿਹਾ ਹੈ। ਇਸ ਬਾਬਤ ਐਸਡੀਐਮ ਰਾਜੇਸ਼ ਸ਼ਰਮਾ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਮੈਂ ਕਰਮਜੀਤ ਸਿੰਘ ਨੰਗਲੀ ਜੀ, ਬਲਾਕ ਪ੍ਰਧਾਨ ਅਟਾਰੀ, ਭਾਰਤੀ ਕਿਸਾਨ ਜਨ ਏਕਤਾ ਉਗਰਾਹਾਂ ਜੀ। ਇਹ ਜਿਹੜਾ ਅੱਜ ਅਸੀਂ ਪੁਤਲਾ ਫੂਕਿਆ ਵਾ ਜੀ, ਇਹ ਜਿਹੜਾ ਸਰਕਾਰ ਦਾ ਜਿਹੜਾ ਮਤਲਬ ਹੈਗਾ ਵਾ ਇੱਕ ਨਿਕਲ ਰਿਹਾ ਰੋਡ ਜਿਹੜਾ ਏ, ਜਿਹਦੇ ਵਿੱਚ ਜੰਮੂ ਕਟੜਾ ਐਕਸਪ੍ਰੈਸ ਜਿਹੜਾ ਹਾਈਵੇ ਆ ਉਹ ਨਿਕਲ ਰਿਹਾ ਜੀ। ਉਹਦੇ ਸੰਬੰਧ ਵਿੱਚ ਇਹ ਜਿਹੜੀਆਂ ਅੰਮ੍ਰਿਤਸਰ ਦੇ 33 ਪਿੰਡਾਂ ਦੀ ਜ਼ਮੀਨ ਅਕਵਾਇਰ ਹੋਈ ਆ ਜੀ। ਉਹਦੇ ਵਿੱਚ ਸਾਡੇ ਆ ਸਾਰੇ ਪਿੰਡ ਆਉਂਦੇ ਆ, ਪੰਡੋਰੀ, ਵੜੈਜ, ਵਰਪਾਲ, ਮੀਰਾਂਕੋਟ, ਅਦਲੀਵਾਲ, ਮਰਾਦਪੁਰਾ, ਰਾਮਪੁਰਾ, ਇਸ ਤਰ੍ਹਾਂ ਅਨੇਕਾਂ ਪਿੰਡ ਆਉਂਦੇ ਉਹਦੇ ਵਿੱਚ ਜੀ। ਉਹਦੇ ਵਿੱਚ ਇਹ ਕੀਤਾ ਜਾ ਰਿਹਾ ਵੀ ਜਿਹੜਾ ਕਿਸਾਨਾਂ ਦੀ ਜ਼ਮੀਨ ਆ ਉਹਨਾਂ ਨੂੰ ਬਣਦੇ ਮੁਆਵਜ਼ੇ ਨਹੀਂ ਦਿੱਤੇ ਜਾ ਰਹੇ। ਜਿਹੜੇ ਰਸੂਖਦਾਰ ਕਿਸਾਨ ਵਾ ਜਿਨ੍ਹਾਂ ਦੀ ਪਹੁੰਚ ਵਾ ਸਰਕਾਰਾਂ ਤੱਕ, ਉਹ ਆਪਣੀਆਂ ਜ਼ਮੀਨਾਂ ਦੇ 6-6 ਗੁਣਾ ਮੁਆਵਜ਼ੇ ਲੈ ਰਹੇ ਆ। ਉਹਦੇ ਸੰਬੰਧ ਵਿੱਚ ਇਹ ਅਸੀਂ ਅੱਜ ਪੁਤਲਾ ਫੂਕਿਆ ਜੀ। ਜੇ ਤੁਹਾਡੀ ਨਾ ਸੁਣਵਾਈ ਹੋਈ, ਨਾ ਸਰਕਾਰਾਂ ਨੇ ਮੰਨਿਆ, ਅੱਗੋਂ ਕੀ ਤੁਹਾਡਾ ਕੀ ਹੋਇਆ? ਅਸੀਂ ਵੇਖੋ ਜੀ ਪਿਛਲੇ ਲੰਮੇ ਸਮੇਂ ਤੋਂ ਧਰਨੇ ਲਾ ਰਹੇ ਆ। ਅਜਨਾਲਾ ਜਿਹੜਾ ਰੋਡ ਵਾ ਆਪਣਾ 에ਅਰਪੋਰਟ ਰੋਡ, ਉਹ ਵੀ ਬੰਦ ਕੀਤਾ। ਐਡੀਐਮ ਦੇ ਦਫ਼ਤਰ ਦਾ ਵੀ 2 ਦਿਨ ਘਰਾਓ ਚੱਲਿਆ ਹੈ ਜੀ। ਇਹਦੇ ਵਿੱਚ ਡੀਸੀ ਸਾਹਿਬ ਨੇ ਇਨਵੋਲਵ ਹੋ ਕੇ ਉਹਨਾਂ ਨੇ ਕਿਹਾ ਇਨਕੁਆਇਰੀ ਕਰਦੇ ਆ, ਪਰ ਕਿਸੇ ਪਾਸੇ ਗੱਲ ਲੱਗੀ ਨਹੀਂ। ਜੇ ਹੁਣ ਇਹ ਗੱਲ ਨਾ ਸਿਰੇ ਲੱਗੀ ਜੀ, ਅਸੀਂ 2 ਤਰੀਕ ਨੂੰ ਐਸਡੀਐਮ 2 ਦਾ ਜਿਹੜਾ ਦਫ਼ਤਰ ਆ ਉਹ ਘੇਰਾਂਗੇ ਜੀ, ਤੇ 3 ਤਰੀਕ ਨੂੰ ਭੰਡਾਰੀ ਪੁਲ ਜਾਮ ਕਰਾਂਗੇ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।